ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੁਹਾਡਾ ਦੂਜਾ ਪੱਖ ਦੇ ਵਿੱਚ। ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਐਡੀਲੇਡ ਤੋਂ ਵੀਡੀਓ ਰਾਹੀਂ ਮੌਜੂਦ ਨੇ। ਆਓ ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਜੀ ਉਹ ਚੜ੍ਹਦੀ ਕਲਾ ਚ ਹੋਣਗੇ ਸਾਰੇ। ਬਰਾੜ ਸਾਹਿਬ, ਬੜੀ ਮੰਦਭਾਗੀ ਘਟਨਾ ਹੈ ਜੀ, ਕਿਉਂਕਿ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਅਜੇ ਤੱਕ ਠੰਡੀ ਨਹੀਂ ਹੋਈ ਹੈ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਘੁਸਪੈਠ ਦੌਰਾਨ 5 ਫੌਜੀ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋ ਗਏ। 3 ਪੰਜਾਬ ਤੋਂ ਸਨ, 1 ਹਰਿਆਣਾ ਤੋਂ। ਸਰਦਾਰ ਕਿਸਾਨਾਂ ਦੇ ਪੁੱਤਰ ਵਿਚਾਰੇ ਜਿਹੜੇ ਸ਼ਹੀਦ ਹੋ ਗਏ। ਬੜੀ ਮੰਦਭਾਗੀ ਘਟਨਾ ਜੀ। ਬਿਲਕੁਲ ਜੀ, ਅਸੀਂ ਅਕਸਰ ਕਹਿ ਦਿੰਦੇ ਆ ਵੀ ਸਾਡੇ ਹਿਰਦੇ ਬਲੂੰਦਰੇ ਗਏ ਤੇ ਪਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਹਿਰਦੇ ਬਲੂੰਦਰ ਲੈਂਦੇ ਆ। ਜਿਹੜਾ ਅਸਲੀ ਹਿਰਦੇ ਬਲੂੰਦਰਨ ਵਾਲੀਆਂ ਤਾਂ ਇਹ ਘਟਨਾਵਾਂ ਹੁੰਦੀਆਂ। ਕਹਿਣ ਨੂੰ ਜੈ ਭਾਰਤ ਦੇ ਵਿੱਚ ਜੈ ਜਵਾਨ ਤੇ ਜੈ ਕਿਸਾਨ ਆ, ਪਰ ਅਸਲ 'ਚ ਜੈ ਤਾਂ ਹਵਾਨ ਦੀ ਆ। ਹਵਾਨ ਆਪਦੀ ਹਵਾਨੀਅਤ ਕਰ ਰਿਹਾ। ਇੱਕ ਪਾਸੇ ਬਜ਼ੁਰਗਾਂ ਦੇ ਰੂਪ 'ਚ ਕਿਸਾਨਾਂ ਨੂੰ ਮਾਰ ਰਿਹਾ ਤੇ ਦੂਜੇ ਪਾਸੇ ਨੌਜਵਾਨਾਂ ਦੇ ਰੂਪ 'ਚ ਜਵਾਨਾਂ ਨੂੰ ਮਾਰ ਰਿਹਾ। ਸੋ ਇਹਦੇ 'ਚ ਕੋਈ ਦੋ ਰਾਏ ਨਹੀਂ। ਅੱਜ ਅਸੀਂ ਜੇ ਇਹਦਾ ਦੂਜਾ ਪੱਖ ਜਾਣੀਏ ਜਾਂ ਦੂਜੇ ਪੱਖ ਤੇ ਗੱਲ ਕਰੀਏ ਤਾਂ ਅੱਜ ਉਹਨਾਂ ਕਿਸਾਨਾਂ ਦੇ ਪੁੱਤਰ ਜਿਹੜੇ ਦੇਸ਼ ਦੀ ਰੱਖਿਆ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਆ ਤੇ ਛੁੱਟੀ ਜਦੋਂ ਆਉਂਦੇ ਆ ਤੇ ਉਦੋਂ ਆਪਦੇ ਬਾਪ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ। ਕਿਤੇ ਉਹ ਭੁੱਲੇ ਨਹੀਂ ਕਿਸੇ ਗੱਲ ਨੂੰ, ਪਰ ਫਿਰ ਵੀ ਉਹ ਦੇਸ਼ ਦੇ ਹਿੱਤ ਲਈ ਆਪਦੀ ਹਿੱਕ ਅੜ ਕੇ ਖੜਦੇ ਆ। ਸੋ ਹੁਣ ਤੁਹਾਡੇ ਸਾਹਮਣੇ ਆ ਵੀ ਗੱਲ ਜਿਹੜੀ 5 ਜਾਣਿਆਂ ਦੀ ਸ਼ਹਾਦਤ ਹੋਈ ਆ, 4 ਪੰਜਾਬ ਤੋਂ ਤੇ 5ਵਾਂ ਹਰਿਆਣਾ ਤੋਂ, ਪਰ 5 ਤਕਰੀਬਨ ਮੈਨੂੰ ਲੱਗਦਾ ਕਿਸਾਨਾਂ ਦੇ ਪੁੱਤਰ ਹੀ ਆ। ਤੇ ਕਿਸਾਨਾਂ ਦੇ ਨਾ ਪੁੱਤਰਾਂ ਦੀ ਜਿਹੜੀ ਕੁਰਬਾਨੀ ਆ ਉਹ ਕਾਹਦੇ ਲਈ ਹੋਈ? ਉਹ ਦੇਸ਼ ਲਈ ਹੋਈ। ਕਿਹੜੇ ਦੇਸ਼ ਲਈ? ਜਿਹੜਾ ਦੇਸ਼ ਉਹਨਾਂ ਦੇ ਬਾਪ ਦਾਦਿਆਂ ਦੀ ਜਾਇਦਾਦ ਖੋ ਰਿਹਾ, ਉਹਨਾਂ ਦਾ ਰਿਜ਼ਕ ਖੋ ਰਿਹਾ, ਉਹਨਾਂ ਨੂੰ ਜਿਹੜਾ ਇੰਨੀ ਠੰਡ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਰੋਲ ਰਿਹਾ। ਬਹੁਤ ਅਜੀਬ ਜੀ ਇੱਕ ਦਾਸਤਾਨ ਬਣ ਕੇ ਸਾਹਮਣੇ ਆਈ ਆ। ਜੋ ਬੜੀ ਹੈਰਾਨੀ ਹੁੰਦੀ ਹੈ, ਜੋ ਸਾਲ ਪਹਿਲਾਂ ਗੱਜਣ ਸਿੰਘ ਦਾ ਵਿਆਹ ਹੁੰਦਾ ਤੇ ਵਿਆਹ ਦੇ ਵਿੱਚ ਉਹ ਝੰਡਾ ਲੈ ਕੇ ਆਪਦਾ ਕਿਸਾਨੀ ਦਾ ਝੰਡਾ ਲੈ ਕੇ ਜੰਨ ਚੜ੍ਹਦਾ ਤੇ ਬੜਾ ਚਰਚਾ ਚ ਆਉਂਦੀ ਹੈ ਗੱਲ। ਤੇ ਅੱਜ ਬੜੀ ਦੁੱਖ ਹੋਇਆ ਜਦੋਂ ਉਹ ਇੱਕ ਤਿਰੰਗੇ ਚ ਲਿਪਟ ਕੇ ਘਰ ਆਇਆ। ਕਿੰਨੀਆਂ ਅਜੀਬ ਜੀਆਂ ਗੱਲਾਂ। ਸਾਨੂੰ ਸਾਰਾ ਪਤਾ ਵੀ ਸਾਡੇ ਨਾਲ ਧੱਕਾ ਕੌਣ ਕਰ ਰਿਹਾ, ਸਾਡੇ ਬਾਪ ਨਾਲ ਧੱਕਾ ਕੌਣ ਕਰ ਰਿਹਾ, ਸਾਡੇ ਨਾਲ ਧੱਕਾ ਕੌਣ ਕਰ ਰਿਹਾ, ਫੇਰ ਵੀ ਅਸੀਂ ਕੁਝ ਨਹੀਂ ਕਰ ਪਾ ਰਹੇ। ਇਹ ਇੱਕ ਬਹੁਤ ਵੱਡੀ ਤਰਾਸਦੀ ਆ। ਬਹੁਤ ਹੀ ਵੱਡੇ ਇੱਕ ਕਹਿ ਸਕਦੇ ਆ ਇੱਕ ਵੱਡੇ ਕਦਮ ਚੱਕਣ ਦੀ ਲੋੜ ਆ ਇਸ ਟਾਈਮ। ਇਹ ਸਾਨੂੰ ਇਸ ਗੱਲ ਦੇ ਤੋਂ ਕਿੰਨਾ ਚਿਰ ਕੁਝ ਕੁ ਕੁਰਸੀ ਤੇ ਬੈਠੇ ਹੋਏ ਹਵਾਨ ਸਾਨੂੰ ਏਦਾਂ ਦੋਨੇ ਪਾਸੇ ਮਾਰਾ ਮਾਰਦੇ ਰਹਿਣਗੇ? ਮੈਨੂੰ ਤਾਂ ਸ਼ੱਕ ਆ ਜੀ। ਮੈਂ ਇੱਥੇ ਕਿਸੇ ਵੀ ਉਹਨਾਂ ਗੱਲਾਂ ਤੇ ਦੋਸ਼ ਨਹੀਂ ਲਾਉਂਦਾ ਵੀ ਉਹਨਾਂ ਤੇ ਕੋਈ ਅੱਤਵਾਦੀ ਹਮਲਾ ਹੋਇਆ ਜਾਂ ਜਹਾਦ ਦੇ ਨਾਂ ਤੇ ਹਮਲਾ ਹੋਇਆ। ਮੈਂ ਤਾਂ ਇਸ ਗੱਲ ਦਾ ਸ਼ੱਕ ਜ਼ਾਹਰ ਕਰਦਾ ਵੀ ਜੇ ਪੁਲਵਾਮਾ ਕਰਵਾ ਸਕਦੇ ਆ ਤਾਂ ਇਹ ਪੁੰਛ ਕਿਉਂ ਨਹੀਂ ਕਰਵਾ ਸਕਦੇ? ਇਹ ਸਭ ਕੁਝ ਕਰਵਾ ਸਕਦੇ ਆ। ਪੁਲਵਾਮਾ ਦਾ ਜਿਹੜੀ ਅਫੀਸ਼ੀਅਲ ਤੌਰ ਦੇ ਉੱਤੇ ਜੋ ਮਰਜ਼ੀ ਡਿਕਲੇਅਰ ਕਰੀ ਜਾਣ, ਪਰ ਅਨਅਫੀਸ਼ੀਅਲ ਤੌਰ ਤੇ ਸਾਰੀ ਦੁਨੀਆ ਨੇ ਅੰਕੜੇ ਸਾਹਮਣੇ ਲਿਆ ਕੇ ਰੱਖਦੇ ਵੀ ਅਸਲ 'ਚ ਪੁਲਵਾਮਾ ਹੋਇਆ ਕੀ ਸੀ। ਸੋ ਉਹੀ ਚੀਜ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਥੇ ਹੋਈ ਆ। ਅੱਜ ਕਿਉਂ ਕਿਸਾਨ ਦੇ ਪੁੱਤ ਹੀ ਜਿਹੜੇ ਜਵਾਨ ਸੀ ਉੱਥੇ ਮਰੇ ਆ? ਕਿਉਂ ਉਹਨਾਂ ਦੀ ਘਾਤ ਲਾ ਕੇ ਹਮਲਾ ਹੋਇਆ? ਜੇ ਇੱਕ ਗੱਲ ਕਹੀਏ, ਸਾਨੂੰ ਅੱਜ ਕਿਹਾ ਜਾਂਦਾ ਵੀ ਇਹ ਕਿਸਾਨ ਨਹੀਂ, ਇਹ ਖਾਲਿਸਤਾਨੀ ਆ, ਇਹ ਪਾਕਿਸਤਾਨੀ ਆ। ਜੇ ਪਾਕਿਸਤਾਨੀ ਆ ਤਾਂ ਜੰਮੂ ਕਸ਼ਮੀਰ 'ਚ ਵੀ ਤਾਂ ਪਾਕਿਸਤਾਨੀ ਜਿਹੜੇ ਹਮਲੇ ਕਰ ਰਹੇ ਆ ਤੇ ਉਹ ਸਾਡੇ ਕਿਸਾਨਾਂ ਦੇ ਪੁੱਤਰਾਂ ਦੇ ਹਮਲੇ ਨਹੀਂ ਕਰਨਗੇ ਕਿਤੇ ਵੀ, ਜੇ ਇਹ ਗੱਲ ਆ ਤਾਂ। ਦੂਜੇ ਪਾਸੇ ਦਿੰਨੇ ਆ ਲੋਕਾਂ ਨੂੰ ਆਸ਼ਵਾਸਨ ਵੀ ਜੇ ਧਾਰਾ 370 ਅਸੀਂ ਚੱਕਤੀ ਤੇ ਉਦੋਂ ਬਾਅਦ ਤਾਂ ਜਿਹੜੀ ਅਸੀਂ ਸ਼ਾਂਤੀ ਦੀਆਂ ਨਦੀਆਂ ਬਹਾ ਦਿਆਂਗੇ। ਕਿੱਥੇ ਗਈਆਂ ਜੀ ਉਹ ਨਦੀਆਂ? ਧਾਰਾ 370 ਚੱਕ ਕੇ ਤੁਸੀਂ ਜਾਇਦਾਦਾਂ ਖਰੀਦੀਆਂ ਗੱਲੀਆਂ ਉੱਥੇ। ਤੁਸੀਂ ਉੱਥੋਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਦੇ ਉੱਤੇ ਕਾਬਜ ਹੋਏ ਹੋ, ਜਿਹੜੇ ਲੋਕਾਂ ਦੇ ਨਿੱਜੀ ਹੱਕਾਂ ਦੇ ਕਾਬਜ ਹੋਏ, ਨਾ ਕਿ ਤੁਸੀਂ ਉੱਥੇ ਕੋਈ ਸ਼ਾਂਤੀ ਲਿਆਉਣ 'ਚ ਕਾਮਯਾਬ ਹੋਏ ਹੋ। ਸੋ ਮੈਨੂੰ ਤਾਂ ਇਹ ਲੱਗਦਾ ਜੀ ਵੀ ਇਹ ਹੁਣ ਅੱਤ ਤੇ ਖੁਦਾ ਦਾ ਬੈਰ ਆ। ਸਾਨੂੰ ਉੱਠਣਾ ਪਊਗਾ। ਕਿਸੇ ਵੇਲੇ ਇਹ ਜੱਗ ਜ਼ਾਹਰ ਆ ਵੀ ਧਰਮੀ ਫੌਜੀਆਂ ਦੇ ਨਾਂ ਤੇ ਫੌਜੀਆਂ ਨੇ ਬਗਾਵਤ ਕੀਤੀ ਆ ਤੇ ਸਮੇਂ-ਸਮੇਂ ਸਿਰਫ ਦੁਨੀਆ ਭਰ ਦੇ ਵਿੱਚ ਫੌਜੀਆਂ ਦੀ ਬਗਾਵਤ ਹੁੰਦੀ ਰਹੀ ਆ। ਤਾਂ ਮੈਨੂੰ ਤਾਂ ਇਹ ਲੱਗਦਾ ਇਸ ਟਾਈਮ ਉਹ ਵਕਤ ਫੇਰ ਆ ਗਿਆ ਵੀ ਸਾਡੀ ਜਿਹੜੀ ਮੂਹਰਲੀ ਕਤਾਰ ਦੇ ਉੱਤੇ ਜਿਹੜੀ ਹਿੱਕ ਤਾਣੀ ਖੜੇ ਆ ਸਾਡੇ ਜਿਹੜੇ ਫੌਜੀ ਆ, ਉਹਨਾਂ ਨੂੰ ਕੋਈ ਸਟੈਂਡ ਲੈਣਾ ਪਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਵੀ ਦੋ ਪਾਸੇ ਮਾਰ ਤਾਂ ਨਹੀਂ ਹੁਣ ਅਸੀਂ ਝੱਲ ਸਕਦੇ। ਇੱਕ ਪਾਸੇ ਅਸੀਂ ਝੱਲ ਲੈਂਦੇ ਜੇ ਸਾਡੇ ਘਰਾਂ 'ਚੋਂ ਠੰਡੀਆਂ ਹਵਾਵਾਂ ਆਉਂਦੀਆਂ ਤੇ ਸਾਨੂੰ ਕੋਈ ਦੁੱਖ ਨਹੀਂ ਸੀ ਆਪਦੇ ਦੇਸ਼ ਦੀ ਰੱਖਿਆ ਕਰਨ ਦੀ। ਰਾਸ਼ਟਰਵਾਦ ਕੋਈ ਮਾੜੀ ਚੀਜ਼ ਨਹੀਂ, ਸਾਡੇ ਲਈ ਕੋਈ ਮਾੜੀ ਗੱਲ ਨਹੀਂ, ਪਰ ਰਾਸ਼ਟਰਵਾਦ ਕਿਸੇ ਦੇ ਥੋਪਣਾ ਤੇ ਰਾਸ਼ਟਰਵਾਦ ਦੇ ਨਾਂ ਤੇ ਆਪਦੇ ਢਿੱਡ ਭਰਨੇ ਤੇ ਦੂਜਿਆਂ ਦੇ ਹੱਕਾਂ ਦਾ ਘਾਣ ਕਰਨਾ, ਦੂਜਿਆਂ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਸਮਝਣਾ, ਇਹ ਕਿੱਥੋਂ ਦਾ ਅਸੂਲ ਆ? ਸੋ ਬਹੁਤ ਦੁੱਖ ਲੱਗ ਰਿਹਾ। ਹੁਣ ਤਾਂ ਦੇਖੋ
ਉਹ ਸਾਹਮਣੇ ਆਉਣ ਲੱਗ ਗਿਆ, ਇਹਨਾਂ ਦੇ ਸ਼ਬਦਾਂ 'ਚ ਨਿਕਲ ਕੇ ਆਉਣ ਲੱਗ ਗਿਆ ਵੀ ਅਸੀਂ ਕਿਵੇਂ ਧੱਕਾ ਕਰਨਾ ਤੇ ਕਿਵੇਂ ਅਸੀਂ ਕਰਾਂਗੇ। ਡਰਾਵੇ ਦਿੰਦੇ ਆ, ਧਮਕੀਆਂ ਦਿੰਦੇ ਆ। ਸ਼ਾਇਦ ਤੁਹਾਡੇ ਯਾਦ ਹੋਵੇਗਾ, ਜਿਸ ਦਿਨ ਸਾਡੇ ਰਾਜ ਦੇ ਗ੍ਰਹਿ ਮੰਤਰੀ ਨੇ ਸਹੁੰ ਚੱਕੀ ਸੀ, ਮੈਂ ਉਸ ਦਿਨ ਇਸੇ ਟੀਵੀ ਚੈਨਲ ਤੇ ਇਹ ਗੱਲ ਕਹੀ ਸੀ ਵੀ ਉਹੋ ਜਿਹੇ ਲੋਕਾਂ ਨੂੰ ਗ੍ਰਹਿ ਮੰਤਰੀ ਬਣਾਤਾ ਜਿਹੜੇ ਅਪਰਾਧੀਆਂ ਦੇ 70 ਮਾਮਲੇ ਦਰਜ ਆ, ਤੇ ਕਿਸੇ ਨੇ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਸੀ। ਤੇ ਅੱਜ ਤੁਹਾਡੇ ਸਾਹਮਣੇ ਆ ਵੀ ਕੀ ਉਹ ਰਾਜ ਦਾ ਗ੍ਰਹਿ ਮੰਤਰੀ ਕੀ ਕਰ ਰਿਹਾ। ਬਰਾੜ ਸਾਹਿਬ, ਲਖੀਮਪੁਰ ਖੀਰੀ ਦੀ ਘਟਨਾ ਦੇ ਵਿੱਚ ਆਸ਼ੀਸ਼ ਮਿਸ਼ਰਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ ਗਿਆ ਹੈ। ਹਾਲਾਂਕਿ ਆਸ਼ੀਸ਼ ਮਿਸ਼ਰਾ ਦਾ ਨਾਂ ਜਿਹੜਾ ਦੂਜੀ FIR ਦੇ ਵਿੱਚੋਂ ਗਾਇਬ ਸੀ। ਪੁਲਿਸ ਵੱਲੋਂ ਇਹ ਕਿਹਾ ਗਿਆ ਸੀਗਾ FIR ਦੇ ਵਿੱਚ, ਜਦੋਂ ਪੜ੍ਹੀ ਗਈ FIR ਦੇ ਵਿੱਚ ਜਦੋਂ ਲਿਖਾਇਆ ਗਿਆ ਕਿ ਕਿਸਾਨਾਂ ਵੱਲੋਂ BJP ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਜਦਕਿ ਆਸ਼ੀਸ਼ ਮਿਸ਼ਰਾ ਦਾ ਨਾਂ ਹੀ ਗਾਇਬ ਸੀ ਵਿੱਚੋਂ। ਬਿਲਕੁਲ ਜੀ, ਦੇਖੋ ਆਸ਼ੀਸ਼ ਮਿਸ਼ਰਾ ਦਾ ਦੂਜੀ FIR ਤਾਂ ਕਰਾਈ ਦੂਜੀ ਤੇ ਰਹੀ ਹੈ ਨਾ ਜੀ, ਇਸ ਕਰਕੇ ਉਹ ਆਪਦਾ ਨਾਂ ਕਿਉਂ ਦੇਣਗੇ। ਉਹ ਤਾਂ ਆਪਦੇ ਵਰਕਰਾਂ ਦੀ ਗੱਲ ਕਰ ਰਹੀ ਹੈ, ਸਾਡੇ ਵਰਕਰ ਮਾਰੇ ਗਏ। ਉਹ ਤਾਂ ਕੇਸ ਜਿਵੇਂ ਬਰਾਬਰ ਉਂਗਲ ਵੱਢ ਕੇ ਛੱਪੀ ਬਣਾਉਣ ਦੀ ਗੱਲ ਆ। ਉਹ ਤਾਂ ਜੀ ਉਹ ਇੱਕ ਘੱਟ ਚੈਪਟਰ ਆ, ਪਰ ਆਪਾਂ ਇੱਥੇ ਗੱਲ ਕਰਦੇ ਆ ਵੀ ਪੁਲਿਸ ਤੇ ਜੁਡੀਸ਼ੀਅਲੀ ਰਿਮਾਂਡ ਦੀ। ਮੈਂ ਪੁਲਿਸ ਰਿਮਾਂਡ ਦੇ ਨਾਰਮਲ ਪੁਲਿਸ ਰਿਮਾਂਡ ਦੀ ਗੱਲ ਇਹ ਹੁੰਦੀ ਆ ਵੀ ਪੁਲਿਸ ਨੂੰ ਉਹ ਬੰਦਾ ਚਾਹੀਦਾ ਹੁੰਦਾ ਕੁਝ ਕੁ ਚੀਜ਼ਾਂ ਬਰਾਮਦ ਕਰਨ ਲਈ, ਨਿਸ਼ਾਨਦੇਹੀਆਂ ਕਰਨ ਲਈ ਵੀ ਇੰਨੇ ਵਜੇ ਕਿੱਥੋਂ ਚੱਲ ਕੇ ਕਿਹੜਾ ਤੁਸੀਂ ਅਸਲਾ ਸੀ, ਕਿਹੜੀ ਗੱਡੀ ਇਸਤੇਮਾਲ ਕੀਤੀ, ਕੌਣ ਕੌਣ ਨਾਲ ਸੀ, ਕੀ ਵਾਰਦਾਤਾਂ, ਉਹ ਦਰਜ ਕਰਨ ਲਈ ਪੁਲਿਸ ਨੂੰ ਰਿਮਾਂਡ ਚਾਹੀਦਾ ਹੁੰਦਾ। ਇਹੋ ਜਿਹੇ ਕੇਸ 'ਚ 3 ਦਿਨਾਂ ਦਾ ਰਿਮਾਂਡ ਬਹੁਤ ਥੋੜਾ ਰਿਮਾਂਡ ਆ ਜੀ। ਠੀਕ ਆ, ਪਹਿਲੀ ਗੱਲ ਦੇਖੋ, ਜਦੋਂ ਪਰਚਾ ਦਰਜ ਹੋ ਗਿਆ, FIR ਦਰਜ ਹੋ ਗਈ, FIR ਦਰਜ ਤੋਂ ਬਾਅਦ ਪੁਲਿਸ ਦੇ ਕੋਲ, ਪੁਲਿਸ ਦਾ ਪਹਿਲਾ ਕੰਮ ਹੁੰਦਾ ਵੀ ਉਹਨੂੰ ਹਿਰਾਸਤ 'ਚ ਲੈਣਾ, ਹਿਰਾਸਤ 'ਚ ਲੈ ਕੇ ਮੈਡੀਕਲ ਕਰਾਉਣਾ, ਮੈਡੀਕਲ ਕਰਾਉਣ ਤੋਂ ਬਾਅਦ ਮੈਜਿਸਟ੍ਰੇਟ ਦੇ ਪੇਸ਼ ਕਰਨਾ ਮੌਕੇ ਦੇ ਤੇ। ਮੈਜਿਸਟ੍ਰੇਟ ਦਾ ਫਿਰ ਮੈਜਿਸਟ੍ਰੇਟ ਕੋਲੇ ਇੱਕ ਮੁਵੱਕਲ ਦਾ ਵਕੀਲ ਹੁੰਦਾ, ਇੱਕ ਫਿਰ ਪੁਲਿਸ ਦਾ ਵਕੀਲ ਹੁੰਦਾ। ਪੁਲਿਸ ਦਾ ਵਕੀਲ ਦੀ ਕੋਸ਼ਿਸ਼ ਹੁੰਦੀ ਆ ਲੰਮਾ ਚਿਰ ਦਾ ਪੁਲਿਸ ਰਿਮਾਂਡ ਮੰਗਣਾ, ਤੇ ਉਹ ਪੁਲਿਸ ਮੰਗਦੀ ਆ ਵੀ ਮੈਨੂੰ ਵੱਧ ਤੋਂ ਵੱਧ ਮੈਨੂੰ ਪੁਲਿਸ ਰਿਮਾਂਡ ਦਿਓ ਤਾਂ ਕਿ ਅਸੀਂ ਇਹਦੀ ਪੈਰਵਾਈ ਕਰ ਸਕੀਏ, ਨਿਸ਼ਾਨਦੇਹੀਆਂ ਕਰਕੇ ਸਬੂਤ ਇਕੱਠੇ ਕਰ ਸਕੀਏ, ਤਾਂ ਕਿ 99 ਦਿਨਾਂ ਦੇ ਵਿੱਚ ਇੱਕ ਜਿਹੜੀ ਦਾਇਰ ਕਰਨੀ ਹੁੰਦੀ ਹੈ, ਉਹਨਾਂ ਨੇ ਜਿਹੜਾ ਕੇਸ ਨੂੰ ਫਾਈਲ ਕਰਨਾ ਹੁੰਦਾ ਕੋਰਟ ਕੋਲੇ, ਉਦੋਂ ਪਹਿਲਾਂ ਉਹਨਾਂ ਦੇ ਕੇਸ 'ਚ ਜਾਣ ਹੋਵੇ, ਸਹੀ ਸਾਰਾ ਕੁਝ ਸਾਹਮਣੇ ਹੋਵੇ। ਦੂਜੇ ਪਾਸੇ ਜਿਹੜਾ ਦੋਸ਼ੀ ਹੁੰਦਾ ਉਹਦੇ ਵਕੀਲ ਦੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਪੁਲਿਸ ਰਿਮਾਂਡ ਘੱਟ ਤੋਂ ਘੱਟ ਮਿਲੇ, ਇਹਨੂੰ ਨਿਆਇਕ ਹਿਰਾਸਤ 'ਚ ਲਿਆ ਜਾਵੇ, ਉੱਥੇ ਕੋਈ ਪੁੱਛ-ਗਿੱਛ ਨਹੀਂ ਹੋਣੀ, ਉੱਥੇ ਦੀ ਸਿਕਿਉਰਿਟੀ ਸੇਫਟੀ ਸਭ ਵੱਧ ਜੂਗੀ। ਤੇ ਇਸ ਕਰਕੇ ਇਹਦੀ ਜੇ ਕੋਈ ਉਹਨੇ ਚਿਰ 'ਚ ਜਿਹੜੇ ਪ੍ਰੂਫ ਆ ਉਹ ਰਫਾ ਦਫਾ ਕੀਤੇ ਜਾ ਸਕਦੇ ਆ। ਹੁਣ ਇੱਕ ਹੋਮ ਮਿਨਿਸਟਰ, ਸਟੇਟ ਹੋਮ ਮਿਨਿਸਟਰ ਦਾ ਜੇ ਕਹੀਏ ਮੁੰਡਾ, ਤੇ ਉਸ ਬੰਦੇ ਨੂੰ ਸਿਰਫ 3 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ। 3 ਦਿਨਾਂ ਦਾ, ਇੱਕ ਦਿਨ ਤਾਂ ਉਹ ਗਿਣਿਆ ਗਿਆ ਜਿੱਦੇ ਉਹ ਕੋਰਟ 'ਚ ਮਿਲਿਆ, ਹੋ ਸਕਦਾ ਸ਼ਾਮ ਨੂੰ ਮਿਲਿਆ ਹੋਵੇ, ਉਹ ਗਿਣਿਆ ਕੱਟਿਆ ਗਿਆ। ਦੂਜੇ ਦਿਨ, ਤੀਜੇ ਦਿਨ ਉਹਨਾਂ ਨੂੰ ਪੇਸ਼ ਕਰਨਾ ਪੈਣਾ, ਤੇ ਇੱਕ ਦਿਨ ਦੇ ਵਿੱਚ ਕਿਹੜਾ ਉਹਨੂੰ ਪੁਲਿਸ ਰਿਮਾਂਡ ਦੇ ਉੱਤੇ ਉਹ ਪੁੱਛਗਿੱਛ ਕਰ ਲੈਣਗੇ। ਇਹ ਤਾਂ ਹੀ ਹੋਇਆ ਕਿਉਂਕਿ ਪਿਓ ਗ੍ਰਹਿ ਰਾਜ ਮੰਤਰੀ ਆ। ਦੂਜੇ ਪਾਸੇ ਜੇ ਆਪਾਂ ਦੂਜੀ ਗੱਲ ਕਰੀਏ ਵੀ ਜੇ ਇੱਕ ਮੰਨ ਲਓ ਪੁਲਿਸ ਰਿਮਾਂਡ ਮਿਲ ਗਿਆ, ਪਰ ਇਹ 'ਚ ਮੈਨੂੰ ਇੱਕ ਗੱਲ ਸੁਣਨ ਨੂੰ ਮਿਲੀ ਆ, ਜੇ ਮੈਂ ਸਹੀ ਹੋਵਾਂ, ਤੇ ਇਹ ਕਿਹਾ ਗਿਆ ਵੀ ਪੁਲਿਸ ਕੋਲੇ ਪੁਲਿਸ ਰਿਮਾਂਡ ਦੇ ਦੌਰਾਨ ਉਹਨਾਂ ਦੇ ਨਾਲ ਇੱਕ ਵਕੀਲ ਰਹੂਗਾ, ਤੇ ਡਰਾਣਾ ਧਮਕਾਉਣਾ ਇਹ ਵੀ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਡਰਾਵੇ ਨਹੀਂ ਦਿੱਤੇ ਜਾਣਗੇ। ਦੇਖੋ ਇਹਨੂੰ ਕੀ ਸਪੈਸ਼ਲ ਟ੍ਰੀਟਮੈਂਟ ਨਹੀਂ ਕਹਿ ਰਹੇ ਤੁਸੀਂ? ਇਹ ਸਪੈਸ਼ਲ ਟ੍ਰੀਟਮੈਂਟ ਕਿਉਂ? ਕੀ ਉਹ ਦੇਸ਼ ਦਾ ਨਾਗਰਿਕ ਨਹੀਂ? ਕੀ ਉਹ ਅਪਰਾਧੀ ਨਹੀਂ ਹੋਣਾ ਇਸ ਟਾਈਮ ਦੇ ਉੱਤੇ? ਮੁਲਜ਼ਮ ਦਾ ਫਰਕ ਆ, ਚਲ ਮੁਲਜ਼ਮ ਤਾਂ ਹੈ ਨਾ ਇਸ ਮੌਕੇ, ਤਾਂ ਕੀ ਉਹ ਮੁਲਜ਼ਮ ਨਹੀਂ? ਕਿਹੜੇ ਮੁਲਜ਼ਮ ਨੂੰ? ਸਾਡੇ ਕੋਈ ਜੇ ਆਮ ਬੰਦੇ ਤੇ ਨਿੱਕੀ ਜਿਹੀ ਵੀ ਕੋਈ ਗੱਲ ਮਿਲਦੀ ਆ ਤੇ ਉਹਨੂੰ ਕਿਤੇ ਵਕੀਲ ਨਾਲ ਰੱਖਣ ਨੂੰ ਦਿੱਤਾ? ਉਹਨੂੰ 3rd ਡਿਗਰੀ ਟਾਰਚਰ ਹੈ ਜੇ ਕੀਤੇ ਜਾਂਦੇ ਆ ਜਿਹੜੇ ਮੈਡੀਕਲ 'ਚ ਵੀ ਨਾ ਹੋਣ। ਸੋ ਇਸ ਕਰਕੇ ਇਹਦੇ ਵਿੱਚ ਕਨਫਲਿਕਟ ਆਫ ਇੰਟਰਸਟ ਆ, ਤੇ ਇੱਕ ਗ੍ਰਹਿ ਰਾਜ ਮੰਤਰੀ ਦੇ ਰੁਤਬੇ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ। ਅਸੀਂ ਤਾਂ ਪਹਿਲੇ ਦੱਸਦਾ ਸੀ ਵੀ ਜੋ ਇਹੋ ਜਿਹੇ ਬੰਦਿਆਂ ਨੂੰ ਕੁਰਸੀਆਂ ਤੇ ਬਹਾਉਂਗੇ ਤਾਂ ਆਹੀ ਕੁਛ ਹੋਊਗਾ। ਬਿਲਕੁਲ, ਅਜੇ ਮਿਸ਼ਰਾ ਨੇ, ਤੁਹਾਨੂੰ ਯਾਦ ਹੋਣਾ ਹੈ, ਮਿੰਟੂ ਬਰਾੜ ਜੀ ਇਹਨਾਂ ਨੇ ਕਿਹਾ ਸੀ, ਕਹਿੰਦੇ ਜੇ ਮੇਰੇ ਪੁੱਤਰ ਤੇ ਲੱਗੇ ਨਾ ਕੋਈ ਦੋਸ਼ ਲੱਗ ਗਿਆ, ਕਹਿੰਦਾ ਮੈਂ ਉਦੋਂ ਹੀ ਅਸਤੀਫਾ ਦੇ ਦਾਂਗੇ। ਉਸ ਦਿਨ ਦਾ ਦਿਨ ਤੇ ਅੱਜ ਦਾ ਦਿਨ, ਹੁਣ ਤੇ ਇਹਦੇ ਪੁੱਤਰ ਤੇ ਲੱਗੇ ਗਏ ਨਾ ਇਲਜ਼ਾਮ, ਦੋਸ਼ ਲੱਗ ਰਹੇ ਨੇ, ਹੁਣ ਕਿਉਂ ਨਹੀਂ ਅਸਤੀਫਾ ਦਿੰਦਾ? ਤੇ ਨਾਲ ਹੀ ਆਪਣੇ ਪੁੱਤਰ ਲਈ ਖਾਸ ਤੌਰ ਤੇ ਜਿਹੜਾ ਜਿਵੇਂ ਕਿ ਤੁਸੀਂ ਕਿਹਾ ਕਿ ਸਪੈਸ਼ਲ ਟ੍ਰੀਟਮੈਂਟ, ਕਹਿੰਦੇ ਤੰਗ ਪਰੇਸ਼ਾਨ ਨਹੀਂ ਕਰਨਾ, ਡਰਾਉਣਾ ਧਮਕਾਉਣਾ ਨਹੀਂ। ਦੇਖੋ ਅਸਤੀਫਾ ਦੇਣ ਦੀ ਗੱਲ ਤਾਂ ਆਪਾਂ ਰੋਜ਼ ਉਦਾਹਰਨਾਂ ਦਿੰਦੇ ਆ ਵੀ ਵਿਦੇਸ਼ ਦੇ ਵਿੱਚ ਫਲਾਣੇ ਇੱਕ ਟ੍ਰੇਨ ਦਾ ਇੱਕ ਐਕਸੀਡੈਂਟ ਹੋ ਗਿਆ ਤੇ ਰੇਲਵੇ ਮੰਤਰੀ ਨੇ ਅਸਤੀਫਾ ਦਿੱਤਾ, ਫਲਾਣੇ ਥਾਂ ਤੇ ਇਹ ਹੋ ਗਿਆ ਸੀ। ਅਸੀਂ ਗੱਲਾਂ ਤਾਂ ਬਹੁਤ ਸੁਣਾਉਣੇ ਆ, ਪਰ ਅਸੀਂ ਕਰਦੇ ਤਾਂ ਕੁਝ ਨਹੀਂ ਆ। ਅੱਜ ਤੱਕ ਮੈਨੂੰ ਤੁਸੀਂ ਦਿਖਾ ਦਿਓ, ਜੇ ਲਾਲ ਬਹਾਦਰ ਸ਼ਾਸਤਰੀ ਦੀ ਇੱਕ ਉਦਾਹਰਨ ਛੱਡ ਦਈਏ ਤੇ ਉਹਨਾਂ ਤੋਂ ਬਿਨਾਂ ਮੈਨੂੰ ਅੱਜ ਤੱਕ ਦਿਖਾ ਦਿਓ ਜੇ ਕਿਸੇ ਨੇ ਕੋਈ ਅਸਤੀਫਾ ਦਿੱਤਾ ਹੋਵੇ। ਬਿਲਕੁਲ ਜੀ, ਮੈਨੂੰ ਕੋਈ ਇਤਿਹਾਸ ਦੇ ਵਿੱਚ ਨਾ ਤੁਸੀਂ ਇਹੋ ਜਿਹਾ ਗਿਣਤੀ ਦੇ ਬੰਦਿਆਂ ਤੋਂ ਬਿਨਾਂ ਲੱਭ ਕੇ ਦਿਖਾ ਦਿਓ ਜਿਹਨੇ ਆਪਦੇ ਅਖਲਾਕੀ ਫਰਜ਼ ਸਮਝਦੇ ਹੋਏ ਅਸਤੀਫਾ ਦਿੱਤਾ ਹੋਵੇ, ਤੇ ਉਹ ਬਹੁਤ ਵੱਡੀ ਗੱਲ ਆ। ਅਸਤੀਫਾ ਦੇਣੀ ਉਹ ਤਾਂ ਲਾਲ ਬਹਾਦਰ ਸ਼ਾਸਤਰੀ ਵਰਗਿਆਂ ਦੇ ਹਿੱਸੇ 'ਚ ਆਈਆਂ ਸੀ ਇਹੋ ਜਿਹੀਆਂ ਗੱਲਾਂ।
ਇਹਨਾਂ ਲੋਕਾਂ ਦੇ, ਅਪਰਾਧਿਕ ਲੋਕਾਂ ਦੇ ਹੱਥ ਨਹੀਂ ਹੈ। ਉਹਨਾਂ ਨੂੰ ਪਤਾ ਜਿੰਨਾ ਚਿਰ ਸਾਡੇ ਕੋਲੇ ਕੁਰਸੀ ਦੀ ਚੌਧਰ ਆ ਉਹਨਾਂ ਚ ਕੀ ਅਸੀਂ ਚੌਧਰੀ ਆ। ਹੈ ਤਾਂ ਉਹ ਵੀ ਉਹੀ ਇੱਕ ਮੁੱਕੀ ਦੀ ਮਾਰ ਵਾਲੇ ਬੰਦੇ ਆ ਨਾ। ਅਖੀਰ ਨੂੰ ਤਾਂ ਇੱਕ ਇਨਸਾਨ ਆ। ਉਹ ਤਕੜੇ ਆ ਤਾਂ ਉਹਦੀ ਮਾਇਆ ਦੇ ਸਿਰ ਤੇ ਤਕੜੇ ਆ, ਤਕੜੇ ਆ ਤਾਂ ਆਪਦੇ ਰੁਤਬੇ ਦੇ ਸਿਰ ਤੇ ਤਕੜੇ ਆ। ਨਹੀਂ ਨਾਰਮਲ ਤਾਂ ਉਹ ਵੀ 2 ਥੱਪੜਾਂ ਦੀ ਮਾਰ ਹੀ ਆ ਨਾ, ਜੇ ਉਹਨੂੰ ਦੇਖਿਆ ਜਾਵੇ ਤਾਂ। ਜੀ ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਕਾਂਗਰਸ ਦੀ, ਕਿਉਂਕਿ ਕਾਂਗਰਸ ਜਦੋਂ ਦੀ ਲਖੀਮਪੁਰ ਖੇੜੀ ਦੀ ਜਿਹੜੀ ਘਟਨਾ ਵਾਪਰੀ ਉਦੋਂ ਤੋਂ ਹੀ ਸਰਗਰਮ ਨੇ। ਕਿਵੇਂ ਦੇਖਦੇ ਹੋ, ਕਿਉਂਕਿ ਪ੍ਰਿਯੰਕਾ ਗਾਂਧੀ ਜੀ ਹੈਗੇ ਨੇ ਜਿਹੜੇ ਮੌਨ ਵਰਤ ਤੇ ਬੈਠੇ ਨੇ? ਦੇਖੋ, ਆਪੋਜੀਸ਼ਨ ਦੇ ਕੰਮ ਆ, ਇਹਦੇ 2 ਪੱਖ ਆ, ਆਪਾਂ ਦੋਨੇ ਪੱਖ ਵਿਚਾਰਦੇ ਹਾਂ। ਨੰਬਰ 1 ਤਾਂ ਪੱਖ ਹੈ ਵੀ ਆਪੋਜੀਸ਼ਨ ਦਾ ਇੱਕ ਕਾਰਜ ਆ, ਜੇ ਕਿਤੇ ਵੀ ਕੋਈ ਗੱਲ ਹੋਈ ਹੈ ਆਪੋਜੀਸ਼ਨ ਨੂੰ ਉੱਤੇ ਪ੍ਰੈਸ਼ਰ ਬਣਾਉਣਾ ਹੀ ਚਾਹੀਦਾ, ਬਣਾਉਣਾ ਹੀ ਪੈਂਦਾ। ਜੇ ਅੱਜ ਆਪੋਜੀਸ਼ਨ ਕੁਝ ਨਾ ਕਰਦੀ, ਨਾ ਰਾਹੁਲ ਜਾਂਦਾ, ਨਾ ਪ੍ਰਿਯੰਕਾ ਜਾਂਦੀ, ਨਾ ਸਿੱਧੂ ਜਾਂਦਾ, ਨਾ ਚਰਨਜੀਤ ਜਾਂਦਾ, ਤਾਂ ਅਸੀਂ ਇਸੇ ਮੂੰਹ ਨਾਲ ਕਹਿਣਾ ਸੀ ਵੀ ਆਪੋਜੀਸ਼ਨ ਵੀ ਨਾਲ ਰਲੀ ਹੋਈ ਆ। ਪਰ ਅੱਜ ਦੂਜੇ ਪਾਸੇ ਅਸੀਂ ਇਹ ਕਹਿ ਰਹੇ ਹਾਂ ਵੀ ਸਿਰਫ ਵੋਟਾਂ ਲਈ ਹੋ ਰਿਹਾ। ਜੇ ਅੱਜ ਪ੍ਰਿਯੰਕਾ ਮੌਨ ਵਰਤੇ ਬੈਠੀ ਹੈ, ਵੋਟਾਂ ਲਈ ਬੈਠੀ ਹੈ, ਸਿੱਧੂ ਬੈਠਾ ਤਾਂ ਵੋਟਾਂ ਲਈ ਬੈਠਾ। ਅੱਜ ਅਸੀਂ ਬਖਸ਼ਣਾ ਨਹੀਂ ਕਿਸੇ ਪਾਸੇ ਵੀ। ਇਹ ਤਾਂ ਇੱਕ ਸਾਡੇ ਕੋਲੇ ਆ, ਕਿਉਂਕਿ ਤਾਂ ਅਸੀਂ ਕਿਉਂ ਨਹੀਂ ਬਖਸ਼ਦੇ? ਸਾਡੇ ਵੀ ਜ਼ਖਮ ਆ, ਅਸੀਂ ਵੀ ਜ਼ਖਮੀ ਆ, ਕਿਉਂਕਿ ਅਸੀਂ ਇਹਨਾਂ ਨੂੰ ਦੇਖਿਆ, ਇਹਨਾਂ ਦੀ ਮਨਸ਼ਾ ਮਾੜੀ ਹੁੰਦੀ ਆ। ਪਰ ਜੇ ਇੱਕ ਪੱਖ ਦੇਖੀਏ ਤਾਂ ਆਪੋਜੀਸ਼ਨ ਦਾ ਇਹ ਬਹੁਤ ਵੱਡਾ ਫਰਜ਼ ਆ। ਜੇ ਅੱਜ ਹਿੰਦੁਸਤਾਨ ਦਾ ਇਹ ਮਸਹਾਲ ਹੋਇਆ ਨਾ, ਤਾਂ ਉਹ ਹਾਲ ਮੈਂ ਸਰਕਾਰ ਨਾਲੋਂ ਵੱਧ ਆਪੋਜੀਸ਼ਨ ਨੂੰ ਜ਼ਿੰਮੇਵਾਰ ਮੰਨਦਾ। ਆਪੋਜੀਸ਼ਨ ਉਹ ਰੋਲ ਨਹੀਂ ਅਦਾ ਕਰ ਸਕੀ, ਉਹ ਪ੍ਰੈਸ਼ਰ ਨਹੀਂ ਕ੍ਰੀਏਟ ਕਰ ਸਕੀ, ਕੋਈ ਧਾਕੜ ਲੀਡਰ ਆਪੋਜੀਸ਼ਨ ਕੋਲੇ ਨਹੀਂ ਹੈ। ਇਹ ਸਿੱਧੀ ਗੱਲ ਆ। ਤੇ ਇਸ ਕਰਕੇ ਉਹਨਾਂ ਨੇ ਮਜ਼ਾਕ ਕਰਕੇ ਰਾਹੁਲ ਗਾਂਧੀ ਨੂੰ ਇੱਕ ਮਜ਼ਾਕ ਦਾ ਪਾਤਰ ਬਣਾ ਕੇ ਰੱਖਤਾ। ਸੋਨੀਆ ਥੋੜੀ ਜਿਹੀ ਆਊਟ ਹੋ ਗਏ ਇਸ ਕੰਮ 'ਚੋਂ। ਹੋਰ ਕੋਈ ਏਡਾ ਕੱਦਾਵਰ ਲੀਡਰ ਹੈ ਨਹੀਂ ਸੀ ਜਿਹੜਾ ਇਹਨਾਂ ਨੂੰ ਚੈਲੰਜ ਕਰ ਸਕੇ। ਸੋ ਮਾੜੀ ਆਪੋਜੀਸ਼ਨ ਕਰਕੇ ਅੱਜ ਇਹ ਬੰਦੇ ਜ਼ਿਆਦਾ ਤਾਕਤਵਰ ਬਣੇ ਹੋਏ ਆ। ਬਰਾੜ ਸਾਹਿਬ, ਇੱਕ ਹੋਰ ਗੱਲ ਕਰਦੇ ਹਾਂ ਜੀ ਪੰਜਾਬ ਦੀ, ਕਿ ਨਰਮੇ ਨੂੰ ਪਿੰਕ ਸੁੰਡੀ ਲੱਗੇ, ਜਿਹਨੂੰ ਗੁਲਾਬੀ ਸੁੰਡੀ ਕਹਿੰਦੇ ਜੀ ਪੰਜਾਬੀ ਦੇ ਵਿੱਚ, ਤੇ ਮਨਪ੍ਰੀਤ ਬਾਦਲ ਤੋਂ ਲੋਕਾਂ ਨੂੰ ਬਹੁਤ ਉਮੀਦ ਸੀਗੀ ਕਿ ਇਹ ਕੁਝ ਬੋਲਣਗੇ। ਇਹਨਾਂ ਨੇ ਇਸ ਖਬਰ ਦੇ ਉੱਤੇ ਚੁੱਪੀ ਧਾਰੀ, ਜਿਸ ਕਰਕੇ ਲੋਕਾਂ ਨੇ ਰੋਸ ਮਾਰਚ ਕੀਤੇ ਨੇ, ਟਰੈਕਟਰ ਰੈਲੀਆਂ ਕੀਤੀਆਂ ਤਾਂ ਕਿ ਮਨਪ੍ਰੀਤ ਬਾਦਲ ਦੀ ਚੁੱਪੀ ਨੂੰ ਤੋੜਿਆ ਜਾਵੇ। ਬਿਲਕੁਲ ਜੀ, ਬਿਲਕੁਲ। ਦੇਖੋ, ਮਨਪ੍ਰੀਤ ਬਾਦਲ ਹੋਰ ਜਿਹੜੇ ਕਿ ਲੰਮੇ ਚਿਰ ਤੋਂ ਖਜ਼ਾਨਾ ਮੰਤਰੀ ਆ, ਤੇ ਉਹਨਾਂ ਨੇ ਖਜ਼ਾਨਾ ਮੰਤਰੀ ਦੇ ਨਾਲ ਦੀ ਟਰਮ ਵੀ ਬਦਲੀ ਆ ਕੁਛ ਕਾਫੀ। ਇਹ ਕਿਸੇ ਦੇ ਹਿੱਸੇ ਆਉਂਦੀ ਹੁੰਦੀ ਆ ਵੀ ਕੋਈ ਇਹੋ ਜਿਹੀ ਟਰਮ ਆ ਜਾਂਦੀ ਆ ਜਿਹੜੀ ਉਹਦੇ ਨਾਲ ਜੁੜ ਜਾਂਦੀ ਆ ਸਦਾ ਲਈ। ਉਹਨਾਂ ਨੂੰ ਖਜ਼ਾਨਾ ਦੀ ਥਾਂ ਤੇ ਖਾਲੀ ਖਜ਼ਾਨਾ ਮੰਤਰੀ ਕਿਹਾ ਜਾਂਦਾ ਅੱਜ ਕੱਲ, ਕਿਉਂਕਿ ਉਹ ਬਾਰ-ਬਾਰ ਦੁਹਾਈ ਦਿੰਦੇ ਆ। ਦੇਖੋ, ਝੂਠ ਉਹਨਾਂ ਦਾ ਹੈ ਨਹੀਂ, ਉਹ ਸੱਚ ਬੋਲਦੇ ਆ। ਜਿਹੜੇ ਸਟੇਟ ਦੇ ਉੱਤੇ ਹਜ਼ਾਰਾਂ ਕਰੋੜ ਦਾ ਕਰਜ਼ਾ ਹੋਵੇ, ਜਿਹੜੇ ਸਟੇਟ ਦੀ ਆਮਦਨ ਨਾਲੋਂ ਉਹਦੀ ਖਰਚੇ ਵੱਧ ਹੋਣ, ਤਾਂ ਉਹ ਬੰਦਾ ਖਜ਼ਾਨਾ ਮੰਤਰੀ ਹੋ ਕੇ ਇਕੱਲੇ ਅੰਕੜੇ ਜੀਰਮਾ ਇੱਧਰ ਉੱਧਰ ਲਿਖ ਹੀ ਸਕਦਾ, ਹੋਰ ਕੁਝ ਕਰ ਨਹੀਂ ਸਕਦਾ। ਠੀਕ ਆ, ਉਹਦੇ ਪੱਲੇ ਕੁਝ ਨਹੀਂ ਹੈ। ਸੋ ਇਸ ਕਰਕੇ ਖਾਲੀ ਖਜ਼ਾਨਾ ਮੰਤਰੀ ਉਹਨਾਂ ਦਾ ਨਾਂ ਦਿੱਤਾ ਗਿਆ। ਦੂਜੀ ਗੱਲ, ਜਿਹੜੀ ਸੁੰਡੀ ਦੇ ਮਾਮਲੇ ਦੇ ਵਿੱਚ ਆਪਾਂ ਇਕੱਲੇ ਮਨਪ੍ਰੀਤ ਬਾਦਲ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਇਹ ਸਾਰਾ ਸਿਸਟਮ ਦੋਸ਼ੀ ਆ। ਇੰਡੀਆ ਦੇ ਵਿੱਚ ਜਿਹੜੀ GMO ਜਿਹਨੂੰ ਕਹਿੰਦੇ ਆ, ਜੈਨੇਟਿਕ ਜਿਹੜੀ ਮੋਡੀਫਿਕੇਸ਼ਨ ਹੋਈ ਆ ਸਾਰੀਆਂ ਚੀਜ਼ਾਂ ਦੇ ਵਿੱਚ, ਉਹ ਅੱਜ ਸਾਡੇ ਬੁੱਧੀਜੀਵੀ ਨੇ ਅੱਜ ਤੋਂ 10-20 ਸਾਲ ਪਹਿਲਾਂ ਕਹਿਤਾ ਸੀ ਵੀ ਇਹ ਬਹੁਤ ਖਤਰਨਾਕ ਆ। ਅਸੀਂ ਉਹ ਚੀਜ਼ਾਂ ਆਪਦੇ ਮਿੱਤਰ ਕੀੜਿਆਂ ਨੂੰ ਵੀ ਨਾਲ ਮਾਰ ਲਾਂਗੇ। ਕਿਤੇ ਪਹਿਲਾਂ ਸਪਰੇਹਾਂ ਨਾਲ ਮਾਰਿਆ, ਫਿਰ BT ਕਾਟਨ ਲਿਆ ਕੇ ਮਾਰਿਆ। ਹੁਣ BT ਕਾਟਨ ਆਉਣ ਨਾਲ ਜਿਹੜਾ ਮੱਕੜੀ ਸੀ ਕਿਤੇ ਨਾ ਕਿਤੇ ਗਾਇਬ ਹੋ ਗਈ, ਜਿਹੜੀ ਸੁੰਡੀ ਨੂੰ ਫੜਦੀ ਹੁੰਦੀ ਸੀ। ਤਾਂ ਉਹ ਕੁਦਰਤ ਆਪਦੀ ਪ੍ਰਕਿਰਿਆ ਕਰ ਰਹੀ ਸੀ। ਉਹ ਸਾਰੇ ਕਹਿੰਦੇ ਆ ਵੀ ਕੁਦਰਤ ਦੇ ਕੰਮ 'ਚ ਦਖਲਅੰਦਾਜ਼ੀ ਨਾ ਦਿਓ, ਮਾਰ ਪੈ ਜੂਗੀ। ਉਹ ਦਖਲਅੰਦਾਜ਼ੀਆਂ ਕਰ ਅਸੀਂ ਇੱਥੋਂ ਤੱਕ ਪਹੁੰਚ ਗਏ। ਉਹ ਜਿਹੜੀ BT ਕਾਟਨ ਆਈ, BT ਕਾਟਨ ਦੇ ਵਿੱਚ ਇਹੋ ਜਿਹੀ ਸੁੰਡੀ ਪੈਦਾ ਹੋ ਗਈ ਜਿਹਨੂੰ ਕੋਈ ਕੰਟਰੋਲ ਹੀ ਨਹੀਂ ਕਰ ਪਾ ਰਿਹਾ। ਉਹਦੇ ਨੈਚੁਰਲ ਨੂੰ ਕੰਟਰੋਲ ਨਹੀਂ ਕਰ ਰਿਹਾ। ਦਵਾਈ ਕੋਈ ਉਹਦੇ ਤਾਂ ਨਹੀਂ ਕੰਮ ਕਰਦੀ, ਉਹ ਟਿੰਡੇ ਦੇ ਵਿੱਚ ਆ। ਟਿੰਡੇ ਦੇ ਵਿੱਚ ਤੁਸੀਂ ਕੀ ਹੱਲ ਕਰੋਗੇ? ਉਹਨੂੰ ਦਵਾਈ ਕਿਹੜੇ ਢੰਗ ਨਾਲ ਉਹਦੇ ਕੋਲੇ ਪਹੁੰਚਾਓਗੇ? ਇਹ ਏਦਾਂ ਦੀ ਇੱਕ ਸੁੰਡੀ ਬੈਂਗਣ ਦੀ ਫਸਲ ਨੂੰ ਪੈਂਦੀ ਸੀ, ਤੇ ਬੈਂਗਣ ਦੀ ਜੜ 'ਚ ਪੈ ਕੇ ਬੈਂਗਣ ਨੂੰ ਖਤਮ ਕਰ ਦਿੰਦੀ, ਜਿਹਦੇ ਤੱਕ ਦਵਾਈ ਵੀ ਨਹੀਂ ਪਹੁੰਚਾਈ ਜਾ ਸਕਦੀ ਸੀ। ਸੋ ਉਹ ਨੌਬਤ ਆਈ ਆ। ਇਸ ਨੌਬਤ ਤੇ ਆਪਾਂ ਇਕੱਲੇ ਖਜ਼ਾਨਾ ਮੰਤਰੀ ਨੂੰ ਕੀ ਦੋਸ਼ ਦੇ ਸਕਦੇ ਹਾਂ? ਖਜ਼ਾਨਾ ਮੰਤਰੀ ਕੀ ਕਰੂ? ਆਸ਼ਵਾਸਨ ਦੇ ਦੂਗਾ ਤੁਹਾਨੂੰ ਵੀ ਭਾਈ ਤੁਹਾਨੂੰ 10,000 20,000 ਏਕੜ ਦਾ ਦੇ ਦਾਂਗੇ। ਜਿਹੜੇ 50,000 60,000 ਏਕੜ ਦੇ ਠੇਕੇ ਭਰ ਕੇ ਉਹ ਜ਼ਮੀਨਾਂ ਲਈਆਂ, ਸਾਲ ਮਿਹਨਤਾਂ ਕੀਤੀਆਂ, ਉਹ ਨਹੀਂ ਵਾਪਸ ਹੁੰਦੇ। ਸਰਕਾਰਾਂ ਨਹੀਂ ਕਰ ਸਕਦੀਆਂ ਹੁੰਦੀਆਂ। ਸਰਕਾਰਾਂ ਹਾਸੋ ਹੀਨੇ ਜਿਹੜੇ ਇੱਕ ਚੈੱਕ ਤੁਹਾਨੂੰ ਦਿੰਦੀਆਂ ਹੁੰਦੀਆਂ, ਜਿਹੜੇ ਦੇ ਬਾਅਦ 'ਚ ਫਿਰ ਖਬਰਾਂ ਬਣ ਜਾਂਦੇ ਆ ਵੀ ਫਲਾਣੇ ਕਿਸਾਨ ਨੂੰ 25 ਰੁਪਈਆ ਦਾ ਚੈੱਕ ਮਿਲਿਆ। ਉਹ ਇੱਕ ਖਬਰਾਂ ਤੇ ਮਜ਼ਾਕ ਦਾ ਪਾਤਰ ਬਣ ਜਾਂਦਾ। ਨਾ ਉਹ ਤੋਂ ਵੱਧ ਕੁਝ ਵੀ ਨਹੀਂ ਨਿਕਲ ਕੇ ਆਉਂਦਾ। ਇਹ ਕਸੂਰ ਸਾਰੇ ਸਿਸਟਮ ਦਾ। ਇਸ ਸਿਸਟਮ ਦੇ ਵਿੱਚ ਮਾੜੇ ਵੀ ਯੂਨੀਵਰਸਿਟੀਆਂ ਨੇ ਆਪਦੇ ਰੋਲ ਨਹੀਂ ਅਦਾ ਕੀਤੇ, ਸਰਕਾਰਾਂ ਨੇ ਮੌਕਿਆਂ ਤੇ ਆਪਦੇ ਰੋਲ ਨਹੀਂ ਅਦਾ ਕੀਤੇ, ਕਿਸਾਨ ਜਾਗਰੂਕ ਨਹੀਂ ਹੋਇਆ, ਕਿਸਾਨ ਨੇ ਆਪਣਾ ਅਸਲ ਗਵਾ ਲਿਆ ਨਕਲ ਦੇ ਪਿੱਛੇ ਲੱਗ ਕੇ। ਸੋ ਇਹ ਸਾਰੀਆਂ ਚੀਜ਼ਾਂ ਉਹਦਾ ਹਿੱਸਾ। ਜੇ ਅਸੀਂ ਕਹਿੰਦੇ ਹਰੀ ਕ੍ਰਾਂਤੀ ਤੋਂ ਬਾਅਦ ਅਸੀਂ ਖਾਦਾਂ ਨੇ ਸਾਨੂੰ ਖਾ ਲਿਆ, ਸਪਰੇਹਾਂ ਨੇ ਸਾਨੂੰ ਖਾ ਲਿਆ, ਤਾਂ ਉਹ ਹਰੀ ਕ੍ਰਾਂਤੀ
ਜੇ ਲਿਆਤੀ ਸੀ ਸਰਕਾਰਾਂ ਨੇ, ਸਾਨੂੰ ਦੇਤੀ ਆਪਸ਼ਨ ਦੇਤੀ ਵੀ ਤੁਸੀਂ ਫਸਲ ਚੌਗਣੀ ਕਰ ਸਕਦੇ ਹੋ, ਪਰ ਅਪਣਾਈ ਤਾਂ ਅਸੀਂ ਨਾ ਦੂਰਅੰਦੇਸ਼ੀ ਤਾਂ ਸਾਡੀ ਨਹੀਂ ਸੀਗੀ। ਅਸੀਂ ਵੀ ਦੇਖੋ ਦੇਖ ਲਾ ਕੇ ਵੀ ਗਵਾਂਢੀ 2 ਗੱਟੇ ਪਾਉਂਦਾ, ਮੈਂ 3 ਪਾਵਾਂ, 3 ਪਾਉਂਦਾ ਤਾਂ ਮੈਂ 4 ਪਾਵਾਂ। ਮੈਂ ਖੁਦ ਆਪਣੇ ਨਿੱਜੀ ਤਜਰਬੇ ਤੋਂ ਦੱਸ ਸਕਦਾ ਵੀ ਮੈਂ ਜਦੋਂ ਨਵਾਂ ਖੇਤੀ ਬਾਰੇ ਇੰਟਰਸਟ ਜਾਗਿਆ ਤੇ ਮੈਨੂੰ ਵੀ ਲੱਗਿਆ ਵੀ ਮੈਂ ਦਿਖਾਵਾਂ, ਕੁਛ ਨਾ ਕੁਛ ਜ਼ਮੀਨ ਟੈਸਟ ਕਰਾਵਾਂ। ਤਾਂ ਅਸੀਂ ਆਪਦੀ ਜ਼ਮੀਨ ਦੇ ਵਿੱਚ ਉਸ ਟਾਈਮ 4 ਗੱਟੇ ਯੂਰੀਆ ਦੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਕਣਕ ਦੇ ਵਿੱਚ, ਜਿਹੜੇ ਕਿ ਬਹੁਤ ਜ਼ਿਆਦੇ ਸੀ। ਮੇਰੀ ਸੁਰਤ 'ਚ 1 ਗੱਟਾ ਪੈਂਦਾ ਹੁੰਦਾ ਸੀ, ਅਸੀਂ 4 ਤੱਕ ਆ ਗਏ ਸੀ। ਤੇ ਮੈਂ ਜਦੋਂ ਸਬਜ਼ੀਆਂ ਲਾਉਣ ਵਾਸਤੇ ਮੈਂ ਪਹਿਲੀ ਕੰਮ ਕੀਤਾ ਵੀ ਇਹਦੀ ਮਿੱਟੀ ਟੈਸਟ ਕਰਾਵਾਂ। ਮੈਂ ਹਿਸਾਰ ਯੂਨੀਵਰਸਿਟੀ ਗਿਆ, ਮੈਂ ਲੁਧਿਆਣੇ ਯੂਨੀਵਰਸਿਟੀ ਲੈ ਕੇ ਗਿਆ ਮਿੱਟੀ। ਤਾਂ ਜਦੋਂ ਉਹਨਾਂ ਨੇ ਦੱਸਿਆ ਨਾ, ਉਹ ਕਹਿੰਦੇ ਵੀ ਜਿਹੜੀ ਤੇਰੀ ਇਹ ਜ਼ਮੀਨ ਹੈ, ਇਸ ਜ਼ਮੀਨ 'ਚ ਜੇ ਤੂੰ ਅਗਲੇ 10 ਸਾਲ ਵੀ ਨਾਈਟ੍ਰੋਜਨ ਨਾ ਪਾਏਗਾ ਨਾ, ਤਾਂ ਵੀ ਨਾਈਟ੍ਰੋਜਨ ਦੀ ਪਿੱਛੋਂ ਤੇਰੀ ਫਸਲ ਨਹੀਂ ਮਰਦੀ। ਤੇ ਮੈਂ ਉਹਦੇ 'ਚ ਫੇਰ 4 ਗੱਟੇ ਨਾਈਟ੍ਰੋਜਨ ਦੇ ਪਾ ਰਿਹਾ ਸੀ। ਤਾਂ ਹੁਣ ਤੁਸੀਂ ਦੇਖ ਲਓ ਵੀ ਖੰਡ ਦਾ 1 ਚਮਚਾ ਤਾਂ ਚਾਹ ਨੂੰ ਸਵਾਦ ਬਣਾ ਸਕਦਾ, ਖੰਡ ਦੇ 10 ਚਮਚੇ ਨਹੀਂ ਨਾ ਚਾਹ ਨੂੰ ਸਵਾਦ ਬਣਾ ਸਕਦੇ। ਸੋ ਇਹ ਹਾਲ ਸਾਡਾ ਹੋਇਆ ਜੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ, ਸਾਰੀ ਬੜਮੂਲੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਥੈਂਕ ਯੂ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।